प्यारे बच्चों, today we are going to discuss a very important topic, that is Wheatstone Bridge. Now, what is Wheatstone Bridge? It is an arrangement of four resistances. ਇਹ ਚਾਰ ਰੈਜ਼ਿਸਟੈਂਸਿਸ ਦਾ ਜਿਹੜਾ ਹੈ ਅਰੇਂਜਮੈਂਟ ਹੁੰਦਾ ਹੈ। ਇਹਦੇ ਨਾਲ ਅਸੀਂ ਅਨਨੋਨ ਰੈਜ਼ਿਸਟੈਂਸ ਆਫ ਮੋਡਰੇਟ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਜਿਹੜੇ ਚਾਰ ਰੈਜ਼ਿਸਟੈਂਸ ਨੇ ਇਹਨਾਂ ਵਿੱਚੋਂ ਇੱਕ ਰੈਜ਼ਿਸਟੈਂਸ ਸਾਡਾ ਜਿਹੜਾ ਹੈ ਅਨਨੋਨ ਹੁੰਦਾ ਹੈ, ਜਿਹਦੀ ਵੈਲਿਊ ਸਾਨੂੰ ਨਹੀਂ ਪਤਾ। ਉਹਦੀ ਵੈਲਿਊ ਜਿਹੜੀ ਹੈ ਅਸੀਂ ਵੀਟਸਟੋਨ ਬ੍ਰਿਜ ਤੋਂ ਫਾਈਂਡ ਆਊਟ ਕਰ ਸਕਦੇ ਹਾਂ। Now, आओ इसनू असी डिस्कस करते हैं। You are seeing ABCD is a quadrilateral। ਇਹ ਸਾਡੇ ਕੋਲ ਇੱਕ ਕੁਆਡਰੀਲੇਟਰਲ ਹੈ ਜਿਹਦੀਆਂ ਜਿਹੜੀਆਂ ਚਾਰ ਸਾਈਡਸ ਨੇ, ਚਾਰੋਂ ਸਾਈਡ ਦੇ ਵਿੱਚ ਅਸੀਂ ਜਿਹੜੇ ਨੇ ਰੈਜ਼ਿਸਟੈਂਸ ਲਗਾ ਦਿੱਤੇ ਨੇ। ਕਹਿਣ ਦਾ ਮਤਲਬ four resistances are connected in such a way that they form a quadrilateral। ਸਾਡੇ ਕੋਲ ਇੱਕ ਕੁਆਡਰੀਲੇਟਰਲ ਬਣ ਗਈ। ਕੀ ਨਾਮ ਹੈ ਕੁਆਡਰੀਲੇਟਰਲ ਦਾ? ABC ਤੇ D। ਕੁਆਡਰੀਲੇਟਰਲ ਦੀ ਜਿਹੜੀ ਮਰਜ਼ੀ ਸ਼ੇਪ ਹੈ, ਤੁਸੀਂ ਇਹਨੂੰ ਭਾਵੇਂ ਸਕੁਅਰ ਚ ਕਰ ਲਓ, ਭਾਵੇਂ ਰੈਕਟੈਂਗਲ ਬਣਾ ਲਓ, ਜਿਸ ਤਰ੍ਹਾਂ ਮਰਜ਼ੀ ਸ਼ੇਪ ਜਿਹੜੀ ਤੁਸੀਂ ਦੇ ਸਕਦੇ ਜੇ, ਪਰ ਚਾਰ ਰੈਜ਼ਿਸਟੈਂਸ ਤੁਹਾਡੇ ਹੋਣੇ ਚਾਹੀਦੇ ਨੇ। ਚਾਰੋਂ ਰੈਜ਼ਿਸਟੈਂਸ ਵਿੱਚੋਂ ਜਿਹੜੇ P ਤੇ Q ਰੈਜ਼ਿਸਟੈਂਸ ਹੈ, ਦੇ ਆਰ ਨੋਨ। ਇਹਨਾਂ ਦੀ ਵੈਲਿਊ ਜਿਹੜੀ ਹੈ ਸਾਨੂੰ ਗਿਵਨ ਹੋਏਗੀ ਜਾਂ ਅਸੀਂ ਐਕਸਪੈਰੀਮੈਂਟ ਤੋਂ ਫਾਈਂਡ ਕਰ ਲੈਂਦੇ ਹਾਂ। ਤੇ R ਜਿਹੜਾ ਰੈਜ਼ਿਸਟੈਂਸ ਹੈ, ਇਟ ਇਜ਼ ਵੇਰੀਏਬਲ ਰੈਜ਼ਿਸਟੈਂਸ। ਇਹਦੀ ਵੈਲਿਊ ਵਧਾਈ ਤੇ ਘਟਾਈ ਜਾ ਸਕਦੀ ਹੈ ਪੂਰੇ ਐਕਸਪੈਰੀਮੈਂਟ 'ਚ। ਐਂਡ S ਇਜ਼ ਆਵਰ ਅਨਨੋਨ ਰੈਜ਼ਿਸਟੈਂਸ, ਜਿਹਦੀ ਵੈਲਿਊ ਜਿਹੜੀ ਹੈ ਤੁਸੀਂ ਫਾਈਂਡ ਆਊਟ ਕਰਨੀ ਹੈ। ਉਹ ਸਾਡਾ ਹੈਗਾ ਅਨਨੋਨ ਰੈਜ਼ਿਸਟੈਂਸ S। ਨਾਓ how to find unknown resistance, ਆਓ ਇਹਨੂੰ ਦੇਖਦੇ ਹਾਂ। ਜਿਹੜੇ ਆ ਦੋ ਪੁਆਇੰਟਸ ਨੇ B ਤੇ D, ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਗਲਵੈਨੋਮੀਟਰ ਜਿਹੜਾ ਹੈ ਅਸੀਂ ਅਟੈਚ ਕਰ ਦਿੰਦੇ ਹਾਂ। ਗਲਵੈਨੋਮੀਟਰ ਉਹ ਹੈ ਜਿਹੜਾ ਵੈਰੀ ਸਮਾਲ ਅਮਾਉਂਟ ਆਫ ਕਰੰਟ ਨੂੰ ਜਿਹੜਾ ਹੈ ਡਿਟੈਕਟ ਕਰਦਾ ਹੈ, ਮੈਜ਼ਰ ਕਰਦਾ ਹੈ। ਬਿਟਵੀਨ A, B and D we connect a galvanometer, and between other two opposites diagonally end ਅਸੀਂ ਕੀ ਲਗਾ ਦਿੱਤੀ ਵਿੱਚ, ਅਸੀਂ ਇੱਕ ਸੈੱਲ ਤੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਬੈਟਰੀ ਜਿਹੜੀ ਹੈ ਕਨੈਕਟ ਕਰ ਦਿੱਤੀ ਹੈ, ਜਿਹਦੀ EMF ਹੈਗੀ ਹੈ E। ਨਾਓ ਇਹ diagonally opposite ends ਕਿਹੜੇ ਕਿਹੜੇ? B ਤੇ D ਤੇ A ਤੇ C, they are diagonally opposite ends। ਇੱਕ ਡਾਇਗਨਲੀ ਆਪੋਜੀਟਸ ਦੇ ਵਿੱਚ ਅਸੀਂ ਲਗਾ ਦਿੱਤੀ ਹੈ ਗਲਵੈਨੋਮੀਟਰ, ਤੇ ਦੂਸਰੇ ਡਾਇਗਨਲੀ ਆਪੋਜੀਟ ਐਂਡਸ ਵਿੱਚ ਅਸੀਂ ਜਿਹੜਾ ਹੈ ਸੋਰਸ ਆਫ EMF, ਤੇ ਨਾਲ ਜਿਹੜੀ ਹੈ ਇੱਕ ਅਸੀਂ ਜਿਹੜੀ ਕੀ ਵਿੱਚ ਅਸੀਂ ਪੁੱਟ ਕਰ ਦਿੱਤੀ ਹੈ। ਨਾਓ ਇਸ ਅਰੇਂਜਮੈਂਟ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਇੱਥੋਂ ਕਰੰਟ ਪਾਸ ਕਰਾਂਗੇ, ਕੀ ਨੂੰ ਪੁੱਟ ਕਰਾਂਗੇ ਸਭ ਨਾਲ ਪਹਿਲਾਂ, ਤੇ ਕੀ ਹੋਏਗਾ ਜਦੋਂ ਇੱਥੇ ਕੀ ਪਾਵਾਂਗੇ ਤੇ ਇਧਰੋਂ ਜਿਹੜਾ ਹੈ ਕਰੰਟ ਫਲੋ ਹੋਣਾ ਸ਼ੁਰੂ ਹੋ ਜਾਏਗਾ। ਨਾਓ ਦੈਟ ਇਜ਼ I। ਜਦੋਂ ਕਰੰਟ I ਜਿਹੜਾ ਹੈ ਇਸ ਪੁਆਇੰਟ ਤੇ ਪਹੁੰਚਿਆ, ਤੇ ਅਸੀਂ ਪਿੱਛੇ ਵੀ ਡਿਸਕਸ ਕੀਤਾ ਸੀ ਕਿ ਦਿਸ ਪੁਆਇੰਟ ਇਜ਼ ਕਾਲਡ ਜੰਕਸ਼ਨ। ਅਸੀਂ ਕਿਰਚੌਫ ਲਾਅ ਪੜ੍ਹੇ ਨੇ। ਇਸ ਜੰਕਸ਼ਨ ਤੇ ਪਹੁੰਚ ਕੇ ਇਸ ਕਰੰਟ ਦੇ ਦੋ ਪਾਰਟਸ ਜਿਹੜੇ ਨੇ ਹੋ ਜਾਣਗੇ। ਕੁਝ ਕਰੰਟ ਜਿਹੜਾ P ਵਿੱਚੋਂ ਚਲਾ ਜਾਏਗਾ ਤੇ ਕੁਝ ਕਰੰਟ ਜਿਹੜਾ ਹੈ ਤੁਹਾਡਾ R ਦੇ ਵਿੱਚੋਂ ਜਿਹੜਾ ਹੈ ਉਹ ਫਲੋ ਕਰੇਗਾ। ਸਪੋਜ਼ ਅਸੀਂ ਕੀ ਕਰਦੇ ਹਾਂ, ਇਧਰ ਵਾਲੇ ਪਾਸੇ ਜਿਹੜਾ ਕਰੰਟ ਅਸੀਂ ਭੇਜ ਦਿੱਤਾ I1, ਇਹਦੇ ਦੋ ਪਾਰਟਸ ਨੇ। ਇਧਰ ਚਲਾ ਗਿਆ ਕਰੰਟ I1 ਤੇ ਇਧਰ ਵਾਲੇ ਪਾਸੇ ਜਿਹੜਾ ਕਰੰਟ ਹੈ ਉਹਦਾ ਨੇਮ ਅਸੀਂ ਦੇ ਦਿੱਤਾ I2। ਕਹਿਣ ਦਾ ਮਤਲਬ I is equal to I1 plus I2। I ਦੇ ਦੋ ਪਾਰਟਸ ਹੋ ਗਏ, ਉੱਪਰ ਵਾਲਾ ਕਰੰਟ I1 ਤੇ ਜਿਹੜਾ ਬਾਕੀ ਬਚੇਗਾ I minus I1 ਉਹਦੀ ਵੈਲਿਊ I2, ਉਹ ਕਰੰਟ ਇੱਧਰ ਫਲੋ ਕਰ ਗਿਆ। ਨਾਓ ਕਲੀਅਰ? ਜਦੋਂ ਕਰੰਟ I1 ਇੱਥੇ ਪਹੁੰਚੇਗਾ ਐਟ ਪੁਆਇੰਟ B, ਫਿਰ ਸਾਡੇ ਕੋਲ ਦੁਬਾਰਾ ਦੇਖੋ ਇੱਕ ਜੰਕਸ਼ਨ ਆ ਗਿਆ।
ਨਾਓ ਦਿਸ ਇਜ਼ ਅ ਜੰਕਸ਼ਨ। ਜਦੋਂ ਇੱਥੇ ਕਰੰਟ ਪਹੁੰਚੇਗਾ ਦੈਨ ਇੱਥੋਂ ਜਾ ਕੇ ਵੀ ਕਰੰਟ ਦੇ ਦੋ ਪਾਰਟਸ ਹੋ ਜਾਣਗੇ। ਦਿਸ ਇਜ਼ ਐਂਟਰਿੰਗ ਕਰੰਟ, ਇਹ ਲੀਵਿੰਗ ਕਰੰਟ। ਦੋ ਹਿੱਸਿਆਂ ਵਿੱਚ ਕਰੰਟ ਵੰਡਿਆ ਜਾਏਗਾ। ਇਹ ਕਰੰਟ ਕਿਹੜਾ ਸੀ ਸਾਡੇ ਕੋਲ? ਦਿਸ ਇਜ਼ ਦਾ I1। ਨੀਚੇ ਜਿਹੜਾ ਕਰੰਟ ਚਲਾ ਗਿਆ ਉਹਦਾ ਨਾਮ ਅਸੀਂ ਲਿਖਤਾ IG, ਕਰੰਟ ਥਰੂ ਗਲਵੈਨੋਮੀਟਰ। ਕਰੰਟ ਥਰੂ ਗਲਵੈਨੋਮੀਟਰ, ਇਹ ਕੀ ਵਿੱਚ ਅਸੀਂ ਜਿਹੜੀ ਹੈ ਪੁੱਟ ਕਰ ਦਿੱਤੀ ਹੈ। ਜਦੋਂ ਕੀ ਪਾਈ ਕਰੰਟ ਤਾਂ ਹੀ ਚਾਲੂ ਹੋਏਗਾ। ਨਾਓ ਦਿਸ ਇਜ਼ ਅ ਕਰੰਟ ਥਰੂ ਗਲਵੈਨੋਮੀਟਰ। ਤੇ ਇਧਰ ਕਿੰਨਾ ਕਰੰਟ ਜਾਏਗਾ? I1 ਵਿੱਚੋਂ IG ਚਲਾ ਗਿਆ ਤੇ ਬਾਕੀ ਸਾਡੇ ਕੋਲ ਬਚਿਆ I1 ਮਾਈਨਸ IG। ਦਿਸ ਇਜ਼ ਦਾ ਵੈਲਿਊ ਆਫ ਕਰੰਟ ਪਾਸਿੰਗ ਥਰੂ Q। ਇਹ ਮੈਂ ਸਾਰਾ ਜੰਕਸ਼ਨ ਰੂਲ ਹੀ ਅਪਲਾਈ ਕਰ ਰਿਹਾ। ਇਧਰੋਂ ਚਲਾ ਗਿਆ ਕਰੰਟ IG ਤੇ ਬਾਕੀ ਕਿੰਨਾ ਬਚਿਆ? I1 ਮਾਈਨਸ IG। ਨਾਓ ਇਹ ਕਰੰਟ ਨੀਚੇ ਆਏਗਾ ਸਾਡੇ ਕੋਲ IG, ਇਧਰੋਂ ਆ ਰਿਹਾ IG ਤੇ ਇਧਰੋਂ ਸਾਡੇ ਕੋਲ ਕਰੰਟ ਕਿਹੜਾ ਆ ਰਿਹਾ? I2। ਇਹ ਦੋਨੋਂ ਕਰੰਟ ਜਿਹੜੇ ਨੇ ਜੰਕਸ਼ਨ ਤੇ ਐਂਟਰ ਕਰ ਗਏ। ਇਹਦਾ ਮਤਲਬ ਜਿੰਨਾ ਕਰੰਟ ਐਂਟਰ ਕਰੇਗਾ ਓਨਾ ਹੀ ਵਿੱਚੋਂ ਲੀਵ ਹੋ ਜਾਏਗਾ। ਇਧਰ ਜਿਹੜਾ ਕਰੰਟ ਜਾਏਗਾ I2 ਪਲੱਸ ਸਾਡੇ ਕੋਲ ਵੈਲਿਊ ਆ ਜਾਏਗੀ IG ਦੀ ਵੈਲਿਊ। ਨਾਓ ਕਲੀਅਰ। ਹੁਣ ਇਹ ਵਾਲਾ ਕਰੰਟ ਜਿਹੜਾ ਹੈ I2 ਪਲੱਸ IG ਇੱਥੇ ਪਹੁੰਚੇਗਾ, ਉੱਪਰੋਂ ਆ ਰਿਹਾ ਹੈ I1 ਮਾਈਨਸ IG। ਇਹ ਦੋਨੋਂ ਕਰੰਟ ਇੱਥੇ ਜਾ ਕੇ ਜੰਕਸ਼ਨ ਤੇ ਜਾ ਕੇ ਫਿਰ ਇਕੱਠੇ ਹੋ ਜਾਣਗੇ ਤੇ ਸਾਡਾ ਕਰੰਟ ਐ ਨੂੰ ਜਿਹੜਾ ਜਾਏਗਾ ਉਹ ਕਿੰਨਾ ਹੋਏਗਾ? ਪਲੱਸ ਕਰ ਲਓ I1 ਮਾਈਨਸ IG ਪਲੱਸ ਕਿੰਨਾ ਆ ਗਿਆ ਸਾਡੇ ਕੋਲ? I2 plus IG na IG cancel, it will become I1 plus I2, but I1 plus I2 ਕਿਹਦੇ ਇਕੁਅਲ ਹੈ? it will become I। ਇਹਦਾ ਮਤਲਬ ਜਿੰਨਾ ਕਰੰਟ ਇੱਥੋਂ ਨਿਕਲਿਆ ਓਨਾ ਹੀ ਕਰੰਟ ਜਿਹੜਾ ਹੈ ਵਾਪਸ ਉਹ ਜਿਹੜਾ ਹੈ ਸਾਡੇ ਸੈੱਲ ਵਿੱਚ ਜਾਂ ਬੈਟਰੀ ਵਿੱਚ ਉਹ ਐਂਟਰ ਕਰ ਜਾਏਗਾ। Now this is the division of the current in the various segment। ਵੱਖਰੇ ਵੱਖਰੇ ਜਿਹੜੇ ਸਾਡੇ ਹਿੱਸੇ ਨੇ ਉਹਦੇ ਚ ਅਸੀਂ ਕਰੰਟ ਦੀ ਸਾਰੀ ਡਿਵੀਜ਼ਨ ਜਿਹੜੀ ਆਪਾਂ ਕਰ ਲਈ। ਜੇ ਕਿਸੇ ਨੂੰ ਇਹਦੀ ਪ੍ਰੋਬਲਮ ਆਂਦੀ ਹੈ ਤੇ ਜਿਹੜੇ ਇਸ ਤੋਂ ਪਹਿਲੇ ਦੋ ਲੈਕਚਰਸ ਨੇ ਸਾਡੇ ਕਿਰਚੌਫ ਲਾਅ ਦੇ ਉਹਨਾਂ ਨੂੰ ਜ਼ਰੂਰ ਦੇਖੋ। ਨਾਓ ਜਦੋਂ ਕਰੰਟ ਇਹਦੇ ਵਿੱਚ ਐਂਟਰ ਕਰ ਗਿਆ, ਨਾਓ ਹੁਣ ਵੀਟਸਟੋਨ ਬ੍ਰਿਜ ਕਿਸ ਤਰ੍ਹਾਂ ਵਰਕ ਕਰਦਾ ਹੈ? ਇਹ ਵਰਕ ਕਿਸ ਤਰ੍ਹਾਂ ਕਰਦਾ ਹੈ? ਕਿਸ ਤਰ੍ਹਾਂ ਅਸੀਂ ਅਨਨੋਨ ਰੈਜ਼ਿਸਟੈਂਸ ਦੀ ਜਿਹੜੀ ਹੈ ਵੈਲਿਊ ਫਾਈਂਡ ਆਊਟ ਕਰਨੀ ਹੈ? ਹਾਊ ਇਟ ਵਰਕ। ਜਿਹੜਾ ਵਿੱਚ ਸਾਡਾ ਅਨਨੋਨ ਰੈਜ਼ਿਸਟੈਂਸ R ਹੈ ਇਹਦੀ ਵੈਲਿਊ ਇਸ ਤਰੀਕੇ ਨਾਲ ਅਸੀਂ ਚੇਂਜ ਕਰਦੇ ਹਾਂ, ਇਹਦੀ ਵੈਲਿਊ ਇਸ ਤਰੀਕੇ ਨਾਲ ਅਸੀਂ ਚੂਜ਼ ਕਰਦੇ ਹਾਂ ਜਾਂ ਚੇਂਜ ਕਰਦੇ ਹਾਂ ਜਾਂ ਐਡਜਸਟ ਕਰਦੇ ਹਾਂ ਕਿ ਜਿਹੜਾ ਆ ਪੁਆਇੰਟ ਹੈ B ਤੇ ਆ ਪੁਆਇੰਟ D ਜਿਹਦੇ ਵਿਚਕਾਰ ਅਸੀਂ ਗਲਵੈਨੋਮੀਟਰ ਲਗਾਇਆ ਹੈ, ਇਹਨਾਂ ਦੋਨਾਂ ਦਾ ਜਿਹੜਾ ਹੈ ਪੋਟੈਂਸ਼ੀਅਲ ਸੇਮ ਹੋ ਜਾਏ। ਅਸੀਂ VB ਦਾ ਤੇ VD ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਇਕੁਅਲ ਕਰਨਾ ਹੈ ਬਾਈ ਐਡਜਸਟਿੰਗ ਦਾ ਵੈਲਿਊ ਆਫ R। ਜਦੋਂ R ਦੀ ਵੈਲਿਊ ਐਡਜਸਟ ਕੀਤੀ ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੋ ਗਿਆ ਤੇ ਅਸੀਂ ਕਹਿੰਦੇ ਆ ਕਿ ਵੀਟਸਟੋਨ ਬ੍ਰਿਜ ਇਜ਼ ਬੈਲੈਂਸਡ। ਫਿਰ ਅਸੀਂ ਬੋਲਦੇ ਆ ਕਿ ਵੀਟਸਟੋਨ ਬ੍ਰਿਜ ਸਾਡਾ ਜਿਹੜਾ ਹੈ ਇਟ ਇਜ਼ ਨਾਓ ਬੈਲੈਂਸਡ ਕੰਡੀਸ਼ਨ ਵਿੱਚ ਆ ਗਿਆ। ਇਹਦਾ ਮਤਲਬ when does the bridge is balanced? When the potential of B and potential of D become equal. And who will balance? By adjusting the value of variable resistance। ਇਹਦੀ ਵੈਲਿਊ ਤੋਂ ਅਕੋਰਡਿੰਗ ਅਸੀਂ ਇਹਨਾਂ ਨੂੰ ਬੈਲੈਂਸ ਕਰਨਾ ਹੈ। ਇਹਦਾ ਇੱਕ ਪ੍ਰੈਕਟੀਕਲ ਹੈ ਸਾਡੇ ਐਗਜ਼ਾਮ ਦੇ ਵਿੱਚ ਜਿਸ ਨੂੰ ਅਸੀਂ ਮੀਟਰ ਬ੍ਰਿਜ ਬੋਲਦੇ ਹਾਂ। ਉਹ ਨੈਕਸਟ ਟੌਪਿਕ ਆਏਗਾ, ਉਹਨੂੰ ਬਾਅਦ ਚੋਂ ਡਿਸਕਸ ਕਰਦੇ ਹਾਂ। ਨਾਓ this is R, ਇਹਦੀ ਵੈਲਿਊ ਐਡਜਸਟ ਕੀਤੀ, ਦੋਨਾਂ ਦਾ ਪੋਟੈਂਸ਼ੀਅਲ ਸੇਮ ਹੋ ਗਿਆ। ਨਾਓ ਜਦੋਂ ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੋ ਗਿਆ, ਅਸੀਂ ਪਹਿਲਾਂ ਵੀ ਡਿਸਕਸ ਕੀਤੇ ਨਿਊਮੈਰੀਕਲ ਚ, ਤੇ ਜੇ ਪੋਟੈਂਸ਼ੀਅਲ ਸੇਮ ਹੈ ਤੇ ਇਹਦਾ ਮਤਲਬ ਹੈ ਕਿ ਕਰੰਟ ਫਲੋ ਨਹੀਂ ਕਰੇਗਾ। ਇਹਦਾ ਮਤਲਬ ਇਸ ਬ੍ਰਾਂਚ ਦੇ ਵਿੱਚ ਇਸ ਸੈਕਸ਼ਨ ਵਿੱਚ
ਕਰੰਟ ਫਲੋ ਨਹੀਂ ਕਰੇਗਾ ਤੇ IG ਦੀ ਕਿੰਨੀ ਵੈਲਿਊ ਹੋਏਗੀ, ਫਿਰ ਸਾਡੇ ਕੋਲ 0 ਹੋਏਗੀ। ਇਹਦਾ ਮਤਲਬ ਜਦੋਂ ਬ੍ਰਿਜ ਬੈਲੈਂਸ ਹੋਏਗਾ ਇਹਦਾ ਪੋਟੈਂਸ਼ੀਅਲ ਇਹਦੇ ਇਕੁਅਲ ਹੋਏਗਾ ਤੇ IG ਦੀ ਵੈਲਿਊ ਜਿਹੜੀ ਹੈ ਉਹ 0 ਹੋਏਗੀ। ਨਾਓ ਕਮ ਟੂ ਦਾ ਥਿਊਰੀ ਪੁਆਇੰਟ। ਸਭ ਨਾਲੋਂ ਪਹਿਲਾਂ ਅਸੀਂ ਤੇ ਡਿਵੀਜ਼ਨ ਕਰ ਲਈ। ਨਾਓ ਹੁਣ ਅਸੀਂ ਜਿਹੜਾ ਹੈ ਕਿਰਚੌਫ ਦਾ ਸੈਕੰਡ ਰੂਲ ਜਿਹੜਾ ਹੈ ਅਪਲਾਈ ਕਰਾਂਗੇ। ਨਾਓ ਅਪਲਾਈ, ਇਹ ਨਾਲ ਤੁਸੀਂ ਲਿਖਣਾ ਵੀ ਹੈ, ਅਪਲਾਈ ਕਿਰਚੌਫਸ ਲੂਪ ਰੂਲ। ਕਿਰਚੌਫ ਦਾ ਲੂਪ ਰੂਲ ਅਪਲਾਈ ਕਰੋ। ਹਾਂਜੀ, ਲੂਪ ਦਾ ਨਾਮ ਕਿਹੜਾ ਹੈ? ਟੂ ਦਾ A B, ਉਸ ਤੋਂ ਬਾਅਦ ਆ ਗਿਆ D ਤੋਂ ਬਾਅਦ ਆ ਗਿਆ A। ਇਸ ਲੂਪ ਦੇ ਉੱਪਰ ਜਿਹੜਾ ਹੈ ਅਸੀਂ ਕਿਰਚੌਫ ਦਾ ਜਿਹੜਾ ਹੈ ਲੂਪ ਰੂਲ ਅਪਲਾਈ ਕਰ ਰਹੇ ਹਾਂ। ਦੂਸਰਾ ਜਿਹੜਾ ਨਿਯਮ ਸੀ ਮੈਂ ਕੀ ਦੱਸਿਆ ਸੀ ਪਹਿਲਾਂ, ਕਿ ਸਭ ਨਾਲੋਂ ਪਹਿਲਾਂ ਦੇਖੋ ਕਿ ਅਸੀਂ ਜਾ ਕਿੱਧਰ ਰਹੇ ਹਾਂ, A to B, A ਤੋਂ B ਜਾ ਰਹੇ ਹਾਂ। ਜਦੋਂ ਅਸੀਂ A ਤੋਂ B ਗਏ, ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ, ਜਿੱਧਰ ਕਰੰਟ ਜਾ ਰਿਹਾ ਉਧਰ ਵਾਲੇ ਪਾਸੇ ਅਸੀਂ ਸਾਈਨ ਪਾਉਂਦੇ ਹਾਂ ਮਾਈਨਸ ਦਾ, ਕਿਉਂਕਿ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਜਾ ਰਹੇ ਹਾਂ। ਸਾਡੇ ਕੋਲ ਕੀ ਆਏਗਾ? -I1P। ਕਰੰਟ ਨੂੰ ਰੈਜ਼ਿਸਟੈਂਸ ਨਾਲ ਅਸੀਂ ਮਲਟੀਪਲਾਈ ਕਰਤਾ। ਮਾਈਨਸ ਕਿਉਂ ਆਇਆ? ਹਾਈ ਟੂ ਲੋ। ਅੱਗੇ ਆ ਗਏ B ਤੋਂ D। ਜਦੋਂ ਅਸੀਂ B ਤੋਂ D ਆ ਰਹੇ ਹਾਂ ਤੇ ਸਾਡਾ ਕਰੰਟ ਵੀ ਉਧਰ ਹੀ ਆ ਰਿਹਾ, ਹਾਈ ਟੂ ਲੋ। ਅੱਗੇ ਵੀ ਸਾਡਾ ਮਾਈਨਸ ਦਾ ਸਾਈਨ ਆ ਜਾਏਗਾ। ਸਾਡੇ ਕੋਲ ਕੀ ਆ ਜਾਏਗਾ? IG ਮਲਟੀਪਲਾਈ ਬਾਈ G। ਉਸ ਤੋਂ ਬਾਅਦ ਅਸੀਂ D ਤੋਂ A ਕਰੰਟ ਦੇ ਅਗੇਂਸਟ, ਜਦੋਂ ਕਰੰਟ ਦੇ ਅਗੇਂਸਟ ਆਈਏ, ਕਰੰਟ ਆਂਦਾ ਹਾਈ ਟੂ ਲੋ, ਤੁਸੀਂ ਜਾ ਰਹੇ ਹੋ ਲੋ ਟੂ ਹਾਈ, ਤੇ ਜਦੋਂ ਲੋ ਟੂ ਹਾਈ ਜਾਈਏ ਤੇ ਅਸੀਂ ਸਾਈਨ ਕਿਹੜਾ ਪਾਉਣਾ ਹੈ? ਪਲੱਸ ਦਾ। ਸਾਡੇ ਕੋਲ ਕਿੰਨਾ ਆ ਜਾਏਗਾ? ਕਰੰਟ ਨੂੰ ਰੈਜ਼ਿਸਟੈਂਸ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ I to R, ਤੇ ਇਹ ਸਾਰੇ ਦਾ ਜਿਹੜਾ ਟੋਟਲ ਆਏਗਾ ਸਾਡੇ ਕੋਲ that will be equal to 0। ਇਹ ਸਾਡਾ ਜਿਹੜਾ ਆਏਗਾ 0 ਹੋਏਗਾ। ਮੈਂ ਇੱਥੋਂ ਥੋੜੀ ਜੀ ਜਿਹੜੀ ਹੈ ਡਾਇਗਰਾਮ ਇੱਥੋਂ ਰੱਬ ਕਰਨ ਲੱਗਾ। ਨਾਓ ਇਹ ਸਾਡੇ ਕੋਲ ਜਿਹੜਾ ਹੈ ਇਕੁਏਸ਼ਨ ਆ ਗਈ ਸਾਡੀ ਪਹਿਲੀ। ਨਾਓ ਅਪਲਾਈ ਕਿਰਚੌਫਸ ਸੈਕੰਡ ਲਾਅ ਟੂ ਦਾ ਲੂਪ। ਹੁਣ ਇੱਕ ਆ ਸਾਈਡ ਵਾਲਾ ਲੂਪ ਹੈ, ਇਹਦੇ ਉੱਪਰ ਵੀ ਅਸੀਂ ਕਿਰਚੌਫ ਲਾਅ ਅਪਲਾਈ ਕਰਦੇ ਹਾਂ। ਤੇ ਮੈਂ ਜਿਹੜਾ ਹੈ ਪੂਰੀ ਲਾਈਨ ਨਹੀਂ ਲਿਖੂੰਗਾ, ਇਹ ਤੁਸੀਂ ਆਪ ਲਿਖਣੀ ਹੈ। ਅਪਲਾਈ ਕਿਰਚੌਫ ਰੂਲ ਟੂ ਦਾ, ਇੱਥੇ ਮੈਂ ਸਿਰਫ ਉਹ ਲਿਖਣ ਲੱਗਾ ਸਾਡਾ ਲੂਪ ਕਿਹੜਾ ਹੈ? B, ਹਾਂਜੀ B, ਅੱਗੇ ਆ ਗਿਆ D, ਉਸ ਤੋਂ ਬਾਅਦ ਆ ਗਿਆ ਸਾਡੇ ਕੋਲ C, ਫਿਰ B। ਇਹਦੇ ਉੱਪਰ ਅਸੀਂ ਹੁਣ ਕਿਰਚੌਫ ਦਾ ਸੈਕੰਡ ਰੂਲ ਜਿਹੜਾ ਹੈ ਅਸੀਂ ਅਪਲਾਈ ਕਰਨਾ ਹੈ। ਨਾਓ ਹਾਊ ਟੂ ਅਪਲਾਈ? ਪਹਿਲਾਂ ਜਾਣਾ ਹੈ ਅਸੀਂ B ਤੋਂ D ਵਾਲੇ ਪਾਸੇ। B ਤੋਂ D, ਹਾਈ ਟੂ ਲੋ। ਇਹਦਾ ਮਤਲਬ ਸਾਡੇ ਕੋਲ ਕੀ ਆਏਗਾ? ਇਹਦੀ ਜਿਹੜੀ ਇਕੁਏਸ਼ਨ ਮੈਂ ਤੁਹਾਨੂੰ ਇਸ ਸਾਈਡ ਤੇ ਲਿਖ ਦੇਣਾ। ਨਾਓ ਵਾਟ ਵਿਲ ਬੀ ਯੂਅਰ ਇਕੁਏਸ਼ਨ? B ਤੋਂ D ਸਾਡਾ ਕਿੰਨਾ ਆਏਗਾ? IG ਮਲਟੀਪਲਾਈ ਬਾਈ G, ਨਾਲ ਆ ਜਾਏਗਾ ਮਾਈਨਸ। ਮਾਈਨਸ ਕਿਉਂ ਆਇਆ? ਹਾਈ ਟੂ ਲੋ। B ਤੋਂ D ਮਾਈਨਸ IG। ਅੱਗੇ ਆ ਜਾਓ D ਤੋਂ C ਵਾਲੇ ਪਾਸੇ ਅਸੀਂ ਜਾਣਾ ਹੈ, D to C, ਫਿਰ ਹਾਈ ਟੂ ਲੋ, ਕਰੰਟ ਦੀ ਡਾਇਰੈਕਸ਼ਨ ਚ ਹੈ, ਫਿਰ ਮਾਈਨਸ। ਕਰੰਟ ਕਿੰਨਾ ਹੈ ਸਾਡੇ ਕੋਲ? I2, ਅੱਗੇ ਆ ਗਿਆ ਪਲੱਸ IG। ਇਹਨੂੰ ਜਿਹੜਾ ਹੈ ਮਲਟੀਪਲਾਈ ਕਰਾਂਗੇ ਰੈਜ਼ਿਸਟੈਂਸ ਦੇ ਨਾਲ। ਉਸ ਤੋਂ ਬਾਅਦ ਅਸੀਂ ਜਾਣਾ ਹੈ C ਤੋਂ B। ਫਰੋਮ ਹੇਅਰ ਡਾਇਰੈਕਸ਼ਨ ਦੇ ਆਪੋਜ਼ਿਟ ਆ ਗਿਆ। ਹੁਣ ਸਾਡਾ ਜਿਹੜਾ ਇੱਥੇ ਸਾਈਨ ਆਏਗਾ ਪਲੱਸ ਦਾ ਆਏਗਾ। ਮੈਂ ਬਾਕੀ ਇੱਥੇ ਲਿਖਣ ਲੱਗਾ, ਧਿਆਨ ਨਾਲ ਦੇਖਣਾ ਹੈ। ਹਾਂਜੀ, I1 ਮਾਈਨਸ ਸਾਡੇ ਕੋਲ ਆ ਜਾਏਗਾ IG ਮਲਟੀਪਲਾਈ ਕਰਨਾ ਕਰਾਂਗੇ ਅਸੀਂ Q, ਤੇ ਇਕੁਅਲ ਆ ਜਾਏਗਾ ਸਾਡੇ ਕੋਲ ਹੈ 0 ਦੇ ਇਕੁਅਲ। ਨਾਓ ਦਿਸ ਇਜ਼ ਦਾ ਇਕੁਏਸ਼ਨ ਨੰਬਰ 2। ਇਹ ਸਾਡੀ ਇਕੁਏਸ਼ਨ। ਅਪਲਾਈ ਕਿਰਚੌਫ ਰੂਲ, ਪਹਿਲਾਂ ਇਹਦੇ ਤੇ, ਫਿਰ ਲਿਖਣੀ ਲਾਈਨ ਅਪਲਾਈ ਕਿਰਚੌਫ ਰੂਲ ਟੂ ਦਿਸ, ਸਾਡੇ ਕੋਲ ਆ ਇਕੁਏਸ਼ਨ ਆ ਜਾਏਗੀ। ਨਾਓ ਇਸ ਤੋਂ ਬਾਅਦ ਕੀ ਹੈ, ਮੈਂ ਡਾਇਗਰਾਮ ਰੱਬ ਕਰਨ ਲੱਗਾ। ਮੰਨ ਲਓ ਬ੍ਰਿਜ ਬੈਲੈਂਸ ਹੋ ਗਿਆ। ਜਦੋਂ ਬ੍ਰਿਜ ਬੈਲੈਂਸ ਹੋ ਗਿਆ,
ਇਹਦਾ ਮਤਲਬ ਸਾਡਾ VB ਇਕੁਅਲ ਟੂ VD, ਇਹ ਪੋਟੈਂਸ਼ੀਅਲ ਸੇਮ ਹੋ ਗਿਆ ਤੇ ਦੱਸੋ ਕਰੰਟ ਕਿੰਨਾ ਹੋਏਗਾ ਸਾਡੇ ਕੋਲ 0 ਆਏਗਾ। ਨਾਓ ਅਸੀਂ ਇਧਰ ਵਿੱਚੋਂ ਜਿਹੜੀ ਹੈ ਡਾਇਗਰਾਮ ਵਿੱਚੋਂ ਰੱਬ ਕਰ ਦਿੱਤੀ। ਹੁਣ ਅਸੀਂ ਲਿਖਾਂਗੇ if bridge is balanced, हाँ दोस्तों जे ब्रिज बैलेंस्ड है then VB equal to VD, that is IG will become 0। ਗਲਵੈਨੋਮੀਟਰ ਦੇ ਵਿੱਚੋਂ ਕਰੰਟ ਆਣਾ ਜਿਹੜਾ ਹੈ ਉਹ ਬੰਦ ਹੋ ਜਾਏਗਾ। ਇਹਦਾ ਮਤਲਬ ਪਹਿਲੀ ਇਕੁਏਸ਼ਨ ਤੇ ਦੂਸਰੀ ਇਕੁਏਸ਼ਨ ਦੇ ਵਿੱਚ ਜਿੱਥੇ ਜਿੱਥੇ IG ਹੈ ਉਥੇ ਉਥੇ ਅਸੀਂ ਜਿਹੜੀ ਵੈਲਿਊ ਹੈ ਆਪਾਂ 0 ਪੁੱਟ ਕਰ ਦਾਂਗੇ। therefore ਇਕੁਏਸ਼ਨ 1 and 2 will become, ਇਕੁਏਸ਼ਨ ਜਿਹੜੀ ਹੈ ਪਹਿਲੀ ਤੇ ਦੂਸਰੀ ਇਕੁਏਸ਼ਨ ਸਾਡੀ ਹੁਣ ਕੀ ਬਣ ਜਾਏਗੀ ਉਹਦੇ ਬਾਰੇ ਅਸੀਂ ਹੁਣ ਲਿਖਣ ਲੱਗੇ ਹਾਂ। ਨਾਓ ਫਸਟ ਵਨ ਕੀ ਬਣੇਗੀ ਸਾਡੇ ਕੋਲ ਮਾਈਨਸ I1 ਨਾਲ ਆ ਜਾਏਗਾ ਸਾਡੇ ਕੋਲ, ਇੱਥੇ ਆ ਜਾਏਗਾ ਮਾਈਨਸ I1 into P, ਇਹ ਸਾਡਾ 0 ਹੋ ਗਿਆ। ਅੱਗੇ ਰਹਿ ਗਿਆ ਪਲੱਸ, ਇਧਰੋਂ ਆ ਗਿਆ I2R equal to 0। ਤੇ ਇਹਦੇ ਵਿੱਚੋਂ ਮਾਈਨਸ ਵਾਲੀ ਟਰਮ ਅਸੀਂ ਦੂਜੇ ਪਾਸੇ ਲੈ ਜਾਂਦੇ ਆ ਤੇ ਸਾਡੇ ਕੋਲ ਕੀ ਆ ਜਾਏਗਾ ਮਾਈਨਸ ਵਾਲੀ ਟਰਮ ਉਧਰ ਲੈ ਕੇ we get I2R equal to I1P। this is equation number 3। ਐਸ ਸਾਡੀ ਇਕੁਏਸ਼ਨ ਜਿਹੜੀ ਬਣ ਜਾਏਗੀ 3 ਬਣ ਜਾਏਗੀ। ਹੁਣ ਇਹਦੇ ਵਿੱਚ ਵੀ ਅਸੀਂ IG ਨੂੰ ਜਿਹੜਾ ਹੈ 0 ਪੁੱਟ ਕਰ ਦਿੰਨੇ ਆ, ਇੱਥੇ ਮਾਈਨਸ ਸੀਗਾ ਸਾਡੇ ਕੋਲ, ਇਹਦੇ ਵਿੱਚ ਵੀ ਅਸੀਂ ਜਦੋਂ 0 ਪੁੱਟ ਕਰਾਂਗੇ ਤੇ ਸਾਡੇ ਕੋਲ ਕੀ ਬਚੇਗਾ, ਨਾਓ ਇਹ 0 ਹੋ ਗਈ। ਇਹਦੇ ਚ IG 0 ਸਾਡੇ ਕੋਲ ਕੀ ਬਚ ਗਿਆ I2 ਮਾਈਨਸ I2S, ਇਹ ਮਾਈਨਸ I2S। ਇਧਰੋਂ IG ਵੀ ਸਾਡਾ ਖਤਮ ਹੋ ਗਿਆ, ਪਲੱਸ ਦਾ ਸਾਈਨ ਆ ਗਿਆ ਇੱਥੇ ਤੇ ਇਧਰੋਂ ਰਹਿ ਗਿਆ ਸਾਡੇ ਕੋਲ I1 into Q equal to 0। ਇਹ ਇਕੁਏਸ਼ਨ ਆਪਾਂ ਮਾਈਨਸ ਵਾਲੀ ਉਧਰ ਲੈ ਜਾਂਦੇ ਆ, ਸਾਡੇ ਕੋਲ ਆ ਗਿਆ I1Q is equal to I2S। ਇਹ ਸਾਡੀ ਇਕੁਏਸ਼ਨ ਆ ਗਈ। ਇਹਨੂੰ 2 ਵਾਲੀ ਨੂੰ ਅਸੀਂ ਪਹਿਲਾਂ ਲਿਖ ਲੈਂਦੇ ਆ। ਨਾਓ I2S equal to I1Q, this is equation number 4। ਇਹ ਸਾਡੀ ਇਕੁਏਸ਼ਨ ਨੰਬਰ ਜਿਹੜੀ ਹੈ ਉਹ 4 ਆ। ਹੁਣ ਅਸੀਂ ਕੀ ਕਰਾਂਗੇ 3 ਨੂੰ 4 ਦੇ ਨਾਲ ਡਿਵਾਈਡ ਕਰ ਦਾਂਗੇ, ਡਿਵਾਈਡਿੰਗ 3/4। ਜਦੋਂ ਅਸੀਂ ਡਿਵਾਈਡ ਕਰਾਂਗੇ I2 ਤੇ I2 ਸਾਡਾ ਜਿਹੜਾ ਹੈ ਉਹ ਕੈਂਸਲ ਹੋ ਜਾਏਗਾ। ਨਾਓ ਡਿਵਾਈਡਿੰਗ 3/4 ਉੱਪਰ ਕੀ ਆਏਗਾ I2R divided by I2S is equal to I1P divided by I1Q। I1 I2 are cancel, we get R over S is equal to P over Q। ਸਾਡੇ ਕੋਲ ਜਿਹੜਾ ਰਿਜ਼ਲਟ ਬਣ ਗਿਆ R over S is equal to P over Q, or we can write it as P over Q is equal to R over S। This is the balanced condition of Wheatstone bridge। ਇਹ ਸਾਡੀ ਜਿਹੜੀ ਹੈ ਬੈਲੈਂਸਡ ਕੰਡੀਸ਼ਨ ਆਈ ਹੈ P over Q is equal to R over S। ਜਦੋਂ ਸਾਡਾ ਬ੍ਰਿਜ ਬੈਲੈਂਸ ਹੁੰਦਾ ਹੈ ਉਦੋਂ ਜਿਹੜੀ P over Q ਦੋ ਰੈਜ਼ਿਸਟੈਂਸ ਦੀ ਰੇਸ਼ੋ ਤੇ R over S ਦੀ ਰੇਸ਼ੋ ਜਿਹੜੀ ਹੈ ਇਕੁਅਲ ਹੁੰਦੀ ਹੈ। ਜੇ ਸਾਨੂੰ P ਪਤਾ ਹੈ Q ਵੀ ਪਤਾ ਹੈ, ਇਹ ਨੋਨ ਨੇ, R ਅਸੀਂ ਆਪ ਐਡਜਸਟ ਕੀਤਾ, then you can find the value of S which is the unknown resistance। ਇਸ ਤਰੀਕੇ ਦੇ ਨਾਲ ਅਸੀਂ unknown resistance ਨੂੰ ਜਿਹੜਾ ਹੈ ਅਸੀਂ find out ਕਰ ਸਕਦੇ ਹਾਂ। now clear, I think ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਵੇਗਾ। now ਇੱਕ ਪੁਆਇੰਟ ਪਹਿਲਾਂ ਯਾਦ ਰੱਖਣਾ ਹੈ ਕਿ ਵੀਟਸਟੋਨ ਬ੍ਰਿਜ ਦੇ ਨਾਲ ਅਸੀਂ ਸਿਰਫ ਤੇ ਸਿਰਫ ਜਿਹੜੀ ਅਨਨੋਨ ਰੈਜ਼ਿਸਟੈਂਸ ਹੈ ਆਫ ਮੋਡਰੇਟ ਵੈਲਿਊ ਉਹਦੀ ਰੈਜ਼ਿਸਟੈਂਸ ਹੀ ਆਪਾਂ ਜਿਹੜਾ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਮੈਂ ਡਾਇਗਰਾਮ ਜਿਹੜੀ ਹੈ ਉਹ ਦੁਬਾਰਾ ਬਣਾਉਣਾ ਹੈ, ਇਹਨੂੰ ਜਿਹੜਾ ਧਿਆਨ ਨਾਲ ਦੇਖਣਾ ਹੈ। ਇੱਥੇ ਸਾਡੇ ਕੋਲ ਇੱਕ ਰੈਜ਼ਿਸਟੈਂਸ ਸੀਗਾ ਇੱਥੇ P ਤੇ ਇੱਥੇ ਸਾਡੇ ਕੋਲ ਰੈਜ਼ਿਸਟੈਂਸ ਸੀਗਾ ਸਾਡੇ ਕੋਲ Q
here is unknown resistance R, variable resistance, and here is the unknown resistance S. ਅਸੀਂ ਕੀ ਕੀਤਾ ਸੀ, ਇੱਥੇ ਇੱਕ ਬੈਟਰੀ ਲਗਾ ਕੇ ਤੇ ਅਸੀਂ ਇੱਥੇ ਕੀ ਲਗਾਈ ਸੀ ਤੇ ਨਾਲ ਇੱਥੋਂ ਅਸੀਂ ਨਿਚੋੜਿਆ ਸੀਗਾ ਤੇ ਆ ਜਿਹੜੇ ਦੋ ਪੁਆਇੰਟ ਸੀ ਇਹਦੇ ਵਿਚਕਾਰ ਅਸੀਂ ਜਿਹੜਾ ਹੈ ਗਲਵੈਨੋਮੀਟਰ ਲਗਾਇਆ B ਤੇ D, ਇੱਥੇ ਸੀਗਾ A ਤੇ C। ਨਾਓ ਜੇ ਗਲਵੈਨੋਮੀਟਰ ਇਧਰ ਨੂੰ ਲਗਾ ਦਈਏ, ਗਲਵੈਨੋਮੀਟਰ ਲਗਾਇਆ ਬਿਟਵੀਨ B ਐਂਡ D, A ਤੇ C ਦੇ ਵਿਚਕਾਰ ਅਸੀਂ ਲਗਾਇਆ EMF ਸੋਰਸ। ਜੇ ਇਹਨਾਂ ਨੂੰ ਇੰਟਰਚੇਂਜ ਕਰ ਦਈਏ, what will happen? ਜੇ ਗਲਵੈਨੋਮੀਟਰ ਇੱਥੇ ਲਗਾ ਦਿੰਦੇ ਆ ਤੇ ਜਾਨ ਕਿ ਇਹਦੇ ਵਿਚਕਾਰ, ਤੇ ਜਿਹੜਾ ਸੋਰਸ ਆਫ EMF ਹੈ ਇਹਦੇ ਵਿਚਕਾਰ ਲਗਾ ਦਿੰਦੇ ਆ, ਦੈਨ ਜਿਹੜਾ ਰਿਜ਼ਲਟ ਅਸੀਂ ਪਹਿਲਾਂ ਪ੍ਰੂਵ ਕੀਤਾ ਉਹ ਵੈਲਿਡ ਰਹੇਗਾ। P/Q will equal to R/S। ਕੋਈ ਫਰਕ ਨਹੀਂ ਪੈਂਦਾ, ਸਾਡਾ ਜਿਹੜਾ ਰਿਜ਼ਲਟ ਹੈ ਬੈਲੈਂਸ ਕੰਡੀਸ਼ਨ ਜਿਹੜੀ ਹੈ ਸਾਡੀ ਉਸ ਤਰ੍ਹਾਂ ਹੀ ਆਏਗੀ। ਇਹ ਸਾਡਾ ਇੱਕ ਜਿਹੜਾ ਹੈ ਪਹਿਲਾ ਮੇਨ ਪੁਆਇੰਟ। ਦੂਸਰਾ ਕੀ ਹੈ, ਜਦੋਂ ਅਸੀਂ ਇੱਥੋਂ ਕਰੰਟ I ਨਿਕਾਲਿਆ, ਇੱਥੋਂ I ਆਇਆ, ਇਧਰਲੇ ਪਾਸੇ ਅਸੀਂ ਕਰੰਟ ਕਹਿਤਾ I1, ਇਧਰਲੇ ਪਾਸੇ ਅਸੀਂ ਕਰੰਟ ਕਹਿਤਾ I2, ਤੇ ਜਦੋਂ ਇੱਥੋਂ ਕਰੰਟ ਸਾਡਾ ਗਿਆ ਤੇ ਇੱਥੇ ਮੈਂ I1 ਹੀ ਲਿਖਿਆ, ਇਧਰ ਮੈਂ I2 ਹੀ ਲਿਖਾਂਗਾ। ਹਾਂਜੀ, ਇਹਦਾ ਕਾਰਨ ਦੱਸੋ ਸਾਡੇ ਕੋਲ ਕਿਉਂ? ਮੰਨ ਲਓ ਕਿ ਸਾਡਾ ਬ੍ਰਿਜ ਬੈਲੈਂਸ ਹੈ। ਜਦੋਂ ਬ੍ਰਿਜ ਹੀ ਬੈਲੈਂਸ ਹੈ, ਇਹਦਾ ਮਤਲਬ ਆਹ ਵਾਲਾ I1 ਕਰੰਟ ਦਾ ਇਧਰ ਵਾਲੇ ਪਾਸੇ ਕੁਝ ਹਿੱਸਾ ਫਲੋ ਨਹੀਂ ਕਰੇਗਾ, ਇਧਰ ਤੇ ਕਰੰਟ ਜਾਣਾ ਹੀ ਨਹੀਂ। ਜੇ ਇਧਰ ਕਰੰਟ ਜਾਏਗਾ ਹੀ ਨਹੀਂ, ਇਹਦਾ ਮਤਲਬ ਗਲਵੈਨੋਮੀਟਰ ਲੱਗਾ ਨਹੀਂ ਲੱਗਾ ਇੱਕ ਬਰਾਬਰ ਹੋ ਗਿਆ। ਸਾਰਾ ਕਰੰਟ A ਤੋਂ B ਤੋਂ ਬਾਅਦ ਜਿਹੜਾ ਹੈ ਤੁਹਾਡੇ ਕੋਲ ਉਹ C ਤੇ ਪਹੁੰਚ ਜਾਏਗਾ। ਇਹਦਾ ਮਤਲਬ ਜਦੋਂ ਬ੍ਰਿਜ ਬੈਲੈਂਸ ਹੋਏਗਾ, ਇੱਥੇ ਜਾ ਕੇ ਕਰੰਟ ਦੀ ਡਿਵੀਜ਼ਨ ਨਹੀਂ ਹੁੰਦੀ, ਕਿਉਂਕਿ ਇਹਨਾਂ ਦੋਨਾਂ ਪੁਆਇੰਟਾਂ ਦਾ ਪੋਟੈਂਸ਼ੀਅਲ ਸੇਮ ਹੁੰਦਾ ਹੈ। ਇਹਦਾ ਮਤਲਬ ਇੱਥੇ ਜਾ ਕੇ ਕਰੰਟ ਇਧਰ ਨੂੰ ਫਲੋ ਨਹੀਂ ਕਰੇਗਾ, ਸਾਰਾ ਕਰੰਟ ਇੱਧਰ ਜਾਏਗਾ। ਇਸੇ ਤਰੀਕੇ ਨਾਲ ਆਹ ਵਾਲਾ ਕਰੰਟ ਜਿਹੜਾ ਹੈ I2 ਅੱਗੇ ਚਲਾ ਜਾਏਗਾ। ਨਾਓ VB ਇਹ ਹੁਣੇ ਪੜਿਆ ਕਿ ਮੰਨ ਲਓ ਕਿ ਆ ਇਕੁਅਲ ਹੈ, ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਇਕੁਅਲ ਹੈ, VB equal to VD। then ਜੇ ਆ ਇਕੁਅਲ ਨੇ, ਇਹਦਾ ਮਤਲਬ ਕੀ ਹੋਇਆ ਕਿ VA ਵਿੱਚੋਂ VB ਮਾਈਨਸ ਕਰੀਏ, ਜਾਂ ਅਸੀਂ VA ਵਿੱਚੋਂ VD ਮਾਈਨਸ ਕਰੀਏ, ਜਵਾਬ ਬਿਲਕੁਲ ਸੇਮ ਆਏਗਾ, ਕਿਉਂਕਿ B ਦਾ ਪੋਟੈਂਸ਼ੀਅਲ ਤੇ D ਦਾ ਸੇਮ ਹੈ, ਆ ਦੋਨਾਂ ਦੀ ਵੈਲਿਊ ਸੇਮ ਹੈ। ਇਹਦਾ ਮਤਲਬ VA ਚ ਭਾਵੇਂ ਇਹਨੂੰ ਮਾਈਨਸ ਕਰ ਲਓ, ਭਾਵੇਂ VA ਚੋਂ ਇਹਨੂੰ ਮਾਈਨਸ ਕਰ ਲਓ, ਇਹ ਦੋਨਾਂ ਦੀ ਵੈਲਿਊ ਕੀ ਆਏਗੀ ਤੁਹਾਡੇ ਕੋਲ? ਸੇਮ ਆਏਗੀ। ਨਾਓ ਵਾਟ ਇਜ਼ VA ਮਾਈਨਸ VB? VA ਮਾਈਨਸ VB ਪੋਟੈਂਸ਼ੀਅਲ ਡਿਫਰੈਂਸ ਕਿਹਦੇ ਇਕੁਅਲ? ਇਟ ਵਿਲ ਬੀ ਇਕੁਅਲ ਟੂ I1P। ਇਹ ਸਾਡੇ ਕੋਲ I1P ਆ ਗਿਆ। ਨਾਓ ਵਾਟ ਇਜ਼ VA ਮਾਈਨਸ VD? ਆ ਵੀ ਪੋਟੈਂਸ਼ੀਅਲ ਡਿਫਰੈਂਸ ਹੈ, ਇਟ ਇਜ਼ ਇਕੁਅਲ ਟੂ ਸਾਡੇ ਕੋਲ ਆ ਜਾਏਗਾ I2 ਤੇ ਨਾਲ ਆ ਜਾਏਗਾ ਸਾਡੇ ਕੋਲ R। ਇਹ ਇਹਦੇ ਇਕੁਅਲ ਆ ਗਿਆ। ਨਾਓ I1P is equal to I2R, ਇਹ ਇਕੁਏਸ਼ਨ ਨੰਬਰ ਸਾਡੀ ਬਣ ਗਈ ਫਸਟ। ਨਾਓ ਜੇ ਅਸੀਂ ਗੱਲ ਕਰੀਏ, ਇਹਨਾਂ ਦਾ ਪੋਟੈਂਸ਼ੀਅਲ ਸੇਮ ਹੈ, ਕਰੰਟ ਇੱਧਰ ਜਾ ਰਿਹਾ ਹਾਈ ਟੂ ਲੋ, ਜੇ ਇਹ ਤੇ ਇਹ ਸੇਮ ਨੇ, ਇਹਦਾ ਮਤਲਬ ਜੇ VB ਵਿੱਚੋਂ ਮੈਂ VC ਮਾਈਨਸ ਕਰਾਂ ਤੇ ਭਾਵੇਂ ਮੈਂ VD ਵਿੱਚੋਂ ਜਿਹੜਾ ਹੈ VC ਮਾਈਨਸ ਕਰਾਂ, ਇਹਨਾਂ ਦੋਨਾਂ ਦੀ ਜਿਹੜੀ ਹੈ ਵੈਲਿਊ ਸੇਮ ਆਏਗੀ, ਕਿਉਂਕਿ ਆ ਸੇਮ ਨੇ। VB ਮਾਈਨਸ VC ਭਾਵੇਂ VD ਮਾਈਨਸ VC, ਇਹ ਦੋਨੋਂ ਇਕੁਅਲ ਹੋ ਗਏ। ਨਾਓ ਵਾਟ ਇਜ਼ VB ਮਾਈਨਸ VC? potential difference ਉਹ ਕਿਹਦੇ ਇਕੁਅਲ ਆਏਗਾ? that will be become I1Q। ਇਹ ਸਾਡਾ I1Q ਬਣ ਗਿਆ। now this is equal to VD minus VC, it is the I2S। potential difference ਕਿਸ ਤਰ੍ਹਾਂ ਨਿਕਾਲਦੇ ਆ? ਕਰੰਟ ਨੂੰ ਰੈਜ਼ਿਸਟੈਂਸ ਦੇ ਨਾਲ ਮਲਟੀਪਲਾਈ ਕਰਕੇ। now this is equation number 2। ਇਹ ਸਾਡੀ ਇਕੁਏਸ਼ਨ ਨੰਬਰ 2 ਬਣ ਗਈ। ਹੁਣ ਪਹਿਲੀ ਨੂੰ ਦੂਸਰੀ ਨਾਲ ਡਿਵਾਈਡ ਕਰ ਦਿੰਦੇ ਆ। ਜਦੋਂ ਤੁਸੀਂ ਡਿਵਾਈਡ ਕਰੋਗੇ ਤੇ ਸਾਡੇ ਕੋਲ ਕੀ ਆਏਗਾ? ਉੱਪਰ ਪਹਿਲੀ ਨੰਬਰ ਇਕੁਏਸ਼ਨ ਜਿਹੜੀ ਆਏਗੀ I1P divided by I1Q equal to ਸਾਡੇ ਕੋਲ ਕਿੰਨੀ ਆਏਗੀ? I2R
divided by I2S, ਇਹ cancel ਹੋ ਗਏ and we get P over Q equal to R over S. Same condition ਜਿਹੜੀ ਹੈ ਅਸੀਂ obtained ਕਰ ਲਈ ਕਿ P over Q become equal to R over S. ਪੇਪਰ ਦੇ ਵਿੱਚ ਜਿਹੜਾ ਮੈਂ ਪਹਿਲਾਂ ਆ ਪ੍ਰੂਵ ਕਰਾਇਆ ਉਹਦੇ ਅਕੋਰਡਿੰਗ ਤੁਸੀਂ ਕਰਨਾ ਹੈ ਔਨ ਦਾ ਬੇਸਿਸ ਆਫ ਕਿਰਚੌਫ ਲਾਅ। ਇਹ ਮੈਂ ਜਿਹੜੀ ਕੰਡੀਸ਼ਨ ਤੁਹਾਨੂੰ ਪ੍ਰੂਵ ਕਰਕੇ ਦੱਸੀ ਹੈ ਔਨ ਦਾ ਬੇਸਿਸ ਆਫ ਪੋਟੈਂਸ਼ੀਅਲ ਡਿਫਰੈਂਸ ਦੇ ਜਿਹੜਾ ਅਕੋਰਡਿੰਗ ਜਿਹੜਾ ਅਸੀਂ ਇਹਨੂੰ ਜਿਹੜਾ ਹੈ ਅਸੀਂ ਪ੍ਰੂਵ ਕੀਤਾ। ਨਾਓ ਆਈ ਥਿੰਕ ਕਿ ਤੁਹਾਨੂੰ ਇਹ ਦੋਨੋਂ ਹੀ ਮੈਥਡ ਜਿਹੜੇ ਨੇ ਕਿਰਚੌਫ ਲਾਅ ਨੂੰ ਆਪਣਾ ਵੀਟਸਟੋਨ ਬ੍ਰਿਜ ਨੂੰ ਪ੍ਰੂਵ ਕਰਨ ਦੇ ਜਿਹੜੇ ਆ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਨਾਓ ਜਦੋਂ ਬ੍ਰਿਜ ਬੈਲੈਂਸ ਹੁੰਦਾ ਹੈ, ਨਾਓ ਪਲੀਜ਼ ਟੈਲ ਕਿ ਇਸ ਚੀਜ਼ ਨੂੰ ਇੱਥੇ ਲਗਾਉਣ ਦੀ ਲੋੜ ਹੈ, ਇੱਥੇ ਲਗਾਓ ਨਾ ਲਗਾਓ, ਕਿਉਂਕਿ ਇਹਦੇ ਵਿੱਚ ਤੇ ਕਰੰਟ ਨੇ ਫਲੋ ਹੀ ਨਹੀਂ ਕਰਨਾ। ਜੇ ਕਰੰਟ ਫਲੋ ਹੀ ਨਹੀਂ ਕੀਤਾ, what will be the resistance? ਅਸੀਂ ਹੁਣ ਟੋਟਲ ਰੈਜ਼ਿਸਟੈਂਸ ਕੱਢਣੀ ਆ। ਜਦੋਂ ਬ੍ਰਿਜ ਸਾਡਾ ਬੈਲੈਂਸਡ ਹੈ ਉਦੋਂ ਰੈਜ਼ਿਸਟੈਂਸ ਪੂਰੇ ਸਰਕਟ ਦੀ ਕਿੰਨੀ ਹੋਏਗੀ, ਉਦੋਂ ਅਸੀਂ ਰੈਜ਼ਿਸਟੈਂਸ ਕਿਵੇਂ ਫਾਈਂਡ ਕਰਾਂਗੇ। ਨਾਓ ਸੇਮ ਕਰੰਟ ਫਲੋ ਕਰ ਰਿਹਾ, ਜੇ ਕਰੰਟ ਸੇਮ ਹੈ ਇਹ ਦੋਨੋਂ ਹੋ ਗਏ ਸੀਰੀਜ਼ ਵਿੱਚ, ਇਹਦਾ ਮਤਲਬ ਉੱਪਰ ਵਾਲੀ ਜਿਹੜੀ ਰੈਜ਼ਿਸਟੈਂਸ ਹੈ ਉਹ ਇਕੱਠੀ ਕਰ ਦਾਂਗੇ, ਸਾਡੇ ਕੋਲ ਜਸਟ ਕੀ ਬਣ ਜਾਏਗਾ, ਇੱਕੋ ਹੀ ਅਸੀਂ ਜਿਹੜਾ ਇੱਥੇ ਰੈਜ਼ਿਸਟੈਂਸ ਨੂੰ ਸ਼ੋ ਕਰ ਦਿੰਦੇ ਆ, that will be P plus Q because they are in series. Similarly ਨੀਚੇ ਵਾਲਾ ਜਿਹੜਾ ਸੈਗਮੈਂਟ ਹੈ ਆ ਵੀ ਤੁਹਾਡਾ ਸੀਰੀਜ਼ ਹੈ, ਸੇਮ ਕਰੰਟ ਫਲੋ ਕਰ ਰਿਹਾ, ਇਹਦੀ ਟੋਟਲ ਰੈਜ਼ਿਸਟੈਂਸ ਕਿੰਨੀ ਆਏਗੀ R plus S। ਇਸ ਸਰਕਟ ਦੀ ਨੀਚੇ ਵਾਲੇ ਪਾਸੇ ਦੀ ਟੋਟਲ ਜਿਹੜੀ ਹੈ ਰੈਜ਼ਿਸਟੈਂਸ ਆ ਗਈ R plus S। Now they are in parallel, ਹੁਣ ਇਹ ਪੈਰਲਲ ਵਿੱਚ ਨੇ, ਤੇ ਜੇ ਆ ਪੈਰਲਲ ਚ ਨੇ ਤੇ ਇਹਨਾਂ ਦੀ ਟੋਟਲ ਰੈਜ਼ਿਸਟੈਂਸ ਫਾਈਂਡ ਆਊਟ ਕਰਨ ਦਾ ਕੀ ਤਰੀਕਾ ਹੈ ਸਾਡੇ ਕੋਲ। ਪੈਰਲਲ ਚ ਕਿਵੇਂ ਕਰਦੇ ਆ, 1 over RP is equal to 1 over P plus Q plus 1 over R plus S। ਇੱਥੇ ਸਾਡੇ ਕੋਲ ਜਿਹੜਾ LCM ਆ ਗਿਆ P plus Q ਨਾਲ ਆ ਜਾਏਗਾ R plus S, ਉੱਪਰ ਸਾਡੇ ਕੋਲ ਕੀ ਆ ਗਿਆ R plus S plus P plus Q। We can write it as P plus Q plus R plus S। ਇਹ ਵੈਲਿਊ ਆ ਗਈ ਸਾਡੀ 1 over RP, ਤੇ ਬਾਅਦ ਵਿੱਚੋਂ ਅਸੀਂ ਇਹਨੂੰ ਜਿਹੜਾ ਹੈ ਉਲਟਾ ਲਾਂਗੇ। ਨੋ ਇਹਨੂੰ ਜਦੋਂ ਉਲਟਾਓਗੇ ਸਾਡੇ ਕੋਲ ਆ ਗਿਆ RP equal to ਉੱਪਰ ਕਿੰਨਾ ਆ ਜਾਏਗਾ P plus Q ਨਾਲ ਆ ਗਿਆ R plus S, ਤੇ ਡਿਨੋਮੀਨੇਟਰ ਚ ਕੀ ਆਏਗਾ P plus Q plus R plus S। This is the total resistance of that circuit Wheatstone bridge when the bridge is balanced। bridge ਜਿਹੜਾ ਹੈ ਜਦੋਂ ਬੈਲੈਂਸ ਹੁੰਦਾ ਉਦੋਂ ਸਾਡੇ ਕੋਲ ਜਿਹੜੀ ਹੈ ਆ ਵਾਲੀ ਕੰਡੀਸ਼ਨ ਤੁਹਾਡੇ ਕੋਲ ਆ ਜਾਏਗੀ। ਨਾਓ ਆਈ ਥਿੰਕ ਕਿ ਤੁਹਾਨੂੰ ਅੱਜ ਦਾ ਟੌਪਿਕ ਜਿਹੜਾ ਹੈ ਪਸੰਦ ਆਏਗਾ, ਤੇ ਇਹ ਵੈਰੀ ਵੈਰੀ ਇੰਪੋਰਟੈਂਟ ਟੌਪਿਕ ਹੈਗਾ ਫਰੋਮ ਦੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਇੱਕ ਗੱਲ ਯਾਦ ਰੱਖਣੀ ਹੈ ਕਿ ਜੇ ਪੇਪਰ ਵਿੱਚ ਆਉਂਦਾ ਹੈ ਸਟੇਟ ਐਂਡ ਪ੍ਰੂਫ ਵੀਟਸਟੋਨ ਬ੍ਰਿਜ, ਤੇ ਕਿਰਚੌਫ ਲਾਅ ਦੇ ਬੇਸ ਤੇ ਜਿਹੜਾ ਮੈਂ ਪਹਿਲਾ ਮੈਥਡ ਕਰਵਾਇਆ ਉਹਦੇ ਅਕੋਰਡਿੰਗ ਤੁਸੀਂ ਕਰ ਲੈਣਾ ਹੈ। ਜੇ ਦੂਸਰੇ ਦੇ ਅਕੋਰਡਿੰਗ ਵੀ ਕਰੋ ਤੇ ਉਹ ਵੀ ਸਾਡਾ ਆਨਸਰ ਠੀਕ ਹੈ, ਪਰ ਜੇ ਇਨ ਕੇਸ ਲਿਖਿਆ ਹੋਵੇ ਪ੍ਰੂਵ ਔਨ ਦਾ ਬੇਸਿਸ ਆਫ ਕਿਰਚੌਫ ਲਾਅ, then you can use the first method which I have done in the beginning. Thank you.